ਫਾਸਟਵੇ ਨਿਊਜ਼ ਦੀ ਇਸ ਖਾਸ ਪੇਸ਼ਕਸ਼ ਵਿੱਚ ਅਸੀਂ ਗੱਲ ਕਰਨ ਜਾ ਰਹੇ ਹਾਂ ਖੇਤ ਤੇ ਖਲਿਆਣ ਦੀ ਔਰ ਖਾਸ ਤੌਰ ਤੇ ਮੂੰਗੀ ਦੀ ਉਸ ਫਸਲ ਦੀ ਜਿਸ ਨੂੰ ਲੈ ਕੇ ਸਰਕਾਰਾਂ ਨੇ ਕਿਸਾਨਾਂ ਨਾਲ ਵੱਡੇ ਵੱਡੇ ਵਾਅਦੇ ਕੀਤੇ। ਉਸ ਨੂੰ ਲੈ ਕੇ ਕਿਸਾਨਾਂ ਦਾ ਪ੍ਰਦਰਸ਼ਨ ਵੀ ਰਿਹਾ ਤੇ ਹੁਣ ਆੜਤੀ ਵਰਗ ਵੀ ਹੈ ਜਿਹੜਾ ਉਹ ਸਰਕਾਰੇ ਦਰਬਾਰੇ ਮੰਗ ਪੱਤਰ ਦੇ ਰਿਹਾ ਹੈਗਾ। ਔਰ ਇਸ ਮੌਕੇ ਸਾਡੇ ਨਾਲ ਗੱਲਬਾਤ ਕਰਨ ਲਈ ਆੜਤੀ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਰਵਿੰਦਰ ਸਿੰਘ ਚੀਮਾ ਜੀ ਮੌਜੂਦ ਨੇ, ਜੋ ਕਿ ਖੁਦ ਇੱਕ ਕਿਸਾਨ ਨੇ। ਚੀਮਾ ਜੀ, ਫਾਸਟਵੇ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ। ਧੰਨਵਾਦ ਜੀ। ਚੀਮਾ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਬੀਇੰਗ ਕਿਸਾਨ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਹੈਗਾ, ਮੂੰਗੀ ਦੀ ਫਸਲ ਨੂੰ ਲੈ ਕੇ ਸਰਕਾਰਾਂ ਨੇ ਤੁਹਾਡੇ ਕਿਸਾਨ ਦੇ ਨਾਲ ਕੀ ਵਾਅਦਾ ਕੀਤਾ ਸੀ? ਦੇਖੋ, ਸਰਕਾਰਾਂ ਬਹੁਤ ਸਮੇਂ ਤੋਂ ਇਹ ਗੱਲ ਕਹਿ ਨਹੀਂ ਆ ਰਹੀਆਂ ਕਿ ਤੁਸੀਂ ਜਿਹੜੀਆਂ ਰਵਾਇਤੀ ਫਸਲਾਂ ਨੇ ਕਣਕ ਝੋਨਾ ਇਹਨੂੰ ਛੱਡ ਕੇ ਦਾਲਾਂ ਤੇਲ ਔਰ ਗੈਰ ਰਵਾਇਤੀ ਫਸਲਾਂ ਜਿਹੜੀਆਂ ਨੇ ਕੈਸ਼ ਕ੍ਰੌਪ ਨੇ ਇਹਨਾਂ ਵੱਲ ਕਿਸਾਨਾਂ ਦਾ ਝੁਕਾਓ ਕਰੋ, ਸਾਡਾ ਪਾਣੀ ਬਚੇ ਔਰ ਸਾਡੇ ਧਰਤੀ ਦੇ ਵਿੱਚ ਜਿਹੜੇ ਕੀਟਨਾਸ਼ਕ ਪਾਉਣੇ ਪੈਂਦੇ ਉਹ ਨਾ ਪਾਉਣੇ। ਔਰ ਅਸੀਂ ਕਿਸਾਨਾਂ ਵੱਲੋਂ ਹਮੇਸ਼ਾ ਸਰਕਾਰ ਨੂੰ ਇਹ ਕਿਹਾ ਕਿ ਤੁਸੀਂ MSP ਦਿਓ, ਕਿਸਾਨ ਬਦਲਾਅ ਲਿਆਉਣ ਵਾਸਤੇ ਤਿਆਰ ਨੇ। ਸੋ ਪਿਛਲੀਆਂ ਸਰਕਾਰਾਂ ਨੇ ਵੀ ਵਾਅਦੇ ਕੀਤੇ ਲੇਕਿਨ ਇਹ ਵਾਅਦਾ ਪੂਰਾ ਨਹੀਂ ਹੋਇਆ। ਕਿਸੇ ਨੇ ਸਾਨੂੰ ਮੂੰਗੀ ਦੇ ਉੱਤੇ MSP ਨਹੀਂ ਦਿੱਤੀ, ਕਿਸੇ ਨੇ ਸਰੋਂ 'ਤੇ ਨਹੀਂ ਦਿੱਤੀ, ਕਿਸੇ ਨੇ ਸੂਰਜਮੁਖੀ 'ਤੇ ਨਹੀਂ ਦਿੱਤੀ, ਕਿਸੇ ਨੇ ਮਿਰਚਾਂ 'ਤੇ ਨਹੀਂ ਦਿੱਤੀ। ਤੋਂ ਇਸ ਵਾਰ ਜਦੋਂ ਭਗਵੰਤ ਮਾਨ ਦੀ ਸਰਕਾਰ ਆਈ ਤਾਂ ਇਹਦਾ ਨਾਅਰਾ ਹੀ ਇੱਕ ਇਹ ਸੀ ਕਿ ਅਸੀਂ ਰਵਾਇਤੀ ਸਰਕਾਰਾਂ ਵਾਂਗੂ, ਰਵਾਇਤੀ ਪਾਰਟੀਆਂ ਵਾਂਗੂ ਨਹੀਂ, ਅਸੀਂ ਵੱਖਰੀ ਆਮ ਆਦਮੀ ਤੇ ਆਮ ਲੋਕਾਂ ਦੀ ਸਰਕਾਰ ਬਣਾਵਾਂਗੇ ਜਿਹਦੇ 'ਚ ਆਮ ਲੋਕਾਂ ਦੇ ਮੁੱਦੇ ਜਿਹੜੇ ਨੇ ਉਹ ਪਹਿਲ ਦੇ ਆਧਾਰ 'ਤੇ ਹੱਲ ਹੋਣਗੇ। ਔਰ ਸਾਨੂੰ ਬੜੀ ਖੁਸ਼ੀ ਹੋਈ ਜਦੋਂ ਇਹਨਾਂ ਨੇ ਆ ਕੇ ਐਲਾਨ ਕੀਤਾ ਕਿ ਸਾਡੀ ਸਰਕਾਰ ਬਣਨ 'ਤੇ ਅਸੀਂ MSP ਜਿਹੜੀ ਹੈ ਉਹ ਮੂੰਗੀ 'ਤੇ ਵੀ ਦੇਵਾਂਗੇ, ਮੱਕੀ 'ਤੇ ਵੀ ਦੇਵਾਂਗੇ ਔਰ ਹਰ ਮਤਲਬ ਕਿਸਾਨ ਨੂੰ ਜਿਹੜੀ ਆ ਉਹ MSP ਮਿਲੇਗੀ। ਲੇਕਿਨ ਅੱਜ ਸਾਨੂੰ ਬਹੁਤ ਦੁੱਖ ਹੋਇਆ। ਹੁਣ ਪਿੱਛੇ ਜੇਕਰ ਕਿਸਾਨ ਨੂੰ ਵਾਅਦਾ ਕੀਤਾ ਗਿਆ ਸੀ, ਕਿੰਨਾ MSP ਦਿੱਤਾ ਗਿਆ ਔਰ ਉਹ ਕਿਸਾਨਾਂ ਨੂੰ ਪ੍ਰਦਰਸ਼ਨ ਲਈ ਕਿਉਂ ਮਜਬੂਰ ਹੋਣਾ ਪਿਆ? ਦੇਖੋ, ਇਹਨਾਂ ਨੇ 1 ਤਰੀਕ ਤੋਂ ਖਰੀਦ ਜਿਹੜੀ ਆ ਚਾਲੂ ਕਰਨ ਦਾ ਫੈਸਲਾ ਕੀਤਾ ਸੀਗਾ। 1 ਤਰੀਕ ਤੋਂ ਲੈ ਕੇ ਅੱਜ 16 ਤਰੀਕ ਹੋ ਗਈ ਹੈ ਔਰ ਪੰਜਾਬ ਦੀਆਂ ਲਗਭਗ 50 ਐਸੀਆਂ ਮੰਡੀਆਂ ਨੇ ਜਿਨ੍ਹਾਂ 'ਚ ਮੂੰਗੀ ਦੀ ਮਤਲਬ ਜਿਹੜੀ ਆ ਉਹ ਸੇਲ ਹੋਣੀ ਹੈ। ਇਹਨਾਂ ਨੇ ਐਸੇ ਮਾਪਦੰਡ ਜਿਹੜੇ ਨੇ ਬਣਾ ਦਿੱਤੇ ਜਿਹਦੇ 'ਚ 1% ਮੂੰਗੀ ਵੀ ਜਿਹੜੀ ਆ ਪੰਜਾਬ ਦੀ ਨਹੀਂ ਖਰੀਦੀ ਗਈ। ਉਹਦੇ 2 ਕਾਰਨ ਵੱਡੇ ਬਣੇ ਕਿ ਇੱਕ ਤਾਂ ਇਹਨਾਂ ਨੇ ਆੜ੍ਹਤੀਆਂ ਨੂੰ ਡਿਵਾਰ ਕਰਤਾ ਕਿ ਤੁਸੀਂ ਨਹੀਂ ਮਾਲ ਵੇਚ ਸਕਦੇ ਕਿਸਾਨ ਦਾ। ਕੋਆਪਰੇਟਿਵ ਸੁਸਾਇਟੀ ਦੀ ਦੁਕਾਨ 'ਤੇ ਕਿਸਾਨ ਨੂੰ ਜਾਣਾ ਪਊਗਾ। ਹੁਣ ਕੋਆਪਰੇਟਿਵ ਸੁਸਾਇਟੀਆਂ ਕੋਲ ਇੰਨਾ ਇਨਫਰਾਸਟ੍ਰਕਚਰ ਹੀ ਨਹੀਂ ਕਿ ਸਾਰੇ ਉਸ ਇਲਾਕੇ ਦਾ ਉਹ ਵੀ ਇੱਕ ਦੁਕਾਨ ਹੈ। ਜਿਵੇਂ ਇੱਕ ਮੰਡੀ 'ਚ 100 ਆੜ੍ਹਤੀ ਹੈ ਤਾਂ ਉਹ ਵੀ ਇੱਕ ਆੜ੍ਹਤੀ ਦੇ ਤੌਰ 'ਤੇ ਇੱਕ ਦੁਕਾਨ ਦਾ ਇੱਕ ਉਹਦੇ ਕੋਲ ਪਾਵਰ ਕਲੀਨਰ ਹੈ। ਉਹ ਕਿੰਨੇ ਕਿਸਾਨਾਂ ਦਾ ਮਾਲ ਵੇਚ ਸਕਦਾ, ਕਿੰਨੇ ਦਾ ਸਾਫ਼ ਕਰ ਸਕਦਾ। ਸੋ ਇਹਨਾਂ ਨੇ ਹੁਣ ਤੱਕ 700 ਕੁਇੰਟਲ ਮਾਲ ਖਰੀਦਿਆ ਜਦੋਂ ਕਿ ਪੰਜਾਬ ਦੇ ਵਿੱਚ ਇਸ ਵੇਲੇ 10 ਲੱਖ ਟਨ ਦੇ ਕਰੀਬ ਜਿਹੜੀ ਹੈ ਉਹ ਮੂੰਗੀ ਔਰ ਮੱਕੀ ਦੀ ਫਸਲ ਜਿਹੜੀ ਆ ਉਹ ਵਿਕਣ ਵਾਸਤੇ ਪਈ ਹੈ। ਤੁਹਾਡੇ ਕਿਸਾਨਾਂ ਵੱਲੋਂ ਅਮਨ ਅਰੋੜਾ ਦੇ ਬਾਹਰ ਵੀ ਪ੍ਰਦਰਸ਼ਨ ਨਿਵਾਸ ਸਥਾਨ 'ਤੇ ਕੀਤਾ ਗਿਆ, ਕਿ ਉਹਦਾ ਕੋਈ ਅਸਰ ਨਹੀਂ ਹੋਇਆ? ਦੇਖੋ, ਜਦੋਂ ਨਹੀਂ 15 ਦਿਨਾਂ ਦੀ ਖਰੀਦ ਹੋ ਰਹੀ ਸੀ ਤਾਂ ਅਖੀਰ ਕਿਸਾਨਾਂ ਨੇ ਅੱਕ ਕੇ ਅਮਨ ਅਰੋੜਾ ਜੀ ਦੇ ਖਿਲਾਫ ਹੀ ਨਹੀਂ ਇਕੱਲਾ, ਉੱਥੇ ਸਾਡੇ ਖੁਰਾਕ ਮੰਤਰੀ ਸਾਹਿਬ ਜਿਹੜੇ ਨੇ ਲਾਲਚੰਦ ਜੀ ਕਟਾਰੂ ਚੱਕ ਵੀ ਆਏ ਹੋਏ ਸੀ ਤਾਂ ਕਿ ਉਹਨਾਂ ਦੇ ਧਿਆਨ 'ਚ ਜਾਵੇ। ਉੱਥੇ ਉਹ ਆਪਣਾ ਲੋਕਤੰਤਰੀ ਤਰੀਕੇ ਨਾਲ ਆਪਣਾ ਰੋਸ ਪ੍ਰਦਰਸ਼ਨ ਜਿਹੜਾ ਉਹ ਸਾਰਾ ਦਿਨ ਕੀਤਾ ਔਰ ਉੱਥੇ ਵਾਅਦਾ ਕੀਤਾ ਗਿਆ ਕਿ ਜਿਹੜੀ ਕਿਸਾਨਾਂ ਦੀ ਮੂੰਗੀ ਆ ਉਹ ਕੱਲ੍ਹ ਤੋਂ MSP 'ਤੇ ਵਿਕੇਗੀ। ਲੇਕਿਨ ਸਾਨੂੰ ਇਸ ਗੱਲ ਦਾ ਬੜਾ ਦੁੱਖ ਹੋਇਆ ਕਿ ਕਿਸਾਨਾਂ ਦੀ ਮੂੰਗੀ ਜਿਹੜੀ ਹੈ ਉਹ 7275 ਰੁਪਏ ਵਿਕਣ ਦੀ ਥਾਂ ਦੇ ਉੱਤੇ 4500 ਰੁਪਏ ਤੋਂ ਲੈ ਕੇ 5500 ਰੁਪਏ ਤੱਕ ਜਿਹੜੀ ਹੈ ਉਹ ਵੇਚਣੀ ਪੈ ਰਹੀ ਹੈ। ਉਹਦਾ ਕਾਰਨ ਹੈ ਕਿ ਜਿਹੜੀ MSP ਹੈ ਸਰਕਾਰੀ ਏਜੰਸੀ ਨਾ ਉਹਦੇ ਕੋਲ ਸਫਾਈ ਦਾ ਇੰਤਜ਼ਾਮ ਹੈ। ਦੂਜੇ ਨੰਬਰ 'ਤੇ ਉਹਨਾਂ ਨੇ ਜਾਲੀ ਇੰਨੀ ਮੋਟੀ ਲਾਤੀ ਕਿ 70% ਉਹਦੇ ਵਿੱਚੋਂ ਜਿਹੜੀ ਮੂੰਗੀ ਹੈ ਉਹ ਨੀਚੇ ਗਿਰ ਜਾਂਦੀ ਹੈ, ਜਿਹਨੂੰ ਮਤਲਬ ਉਹ ਕਹਿੰਦੇ ਨੇ ਵੀ ਇਹ ਸੇਲੇਬਲ ਹੀ ਨਹੀਂ। ਸੋ ਕਿਸਾਨਾਂ ਨੂੰ ਬੜਾ ਦੁੱਖ ਹੁੰਦਾ ਹੈ, ਉਸ ਜਾਲੀ 'ਚੋਂ ਸਫਾਈ ਹੀ ਕਰਾਉਣ ਨੂੰ ਤਿਆਰ ਨਹੀਂ ਹੈਗੇ। ਬਿਲਕੁਲ, ਕਿਸਾਨ ਹੋਣ ਦੇ ਨਾਤੇ ਤਾਂ ਤੁਸੀਂ ਉਹਨਾਂ ਦਾ ਜਿਹੜਾ ਦੁੱਖ ਹੈ, ਦਰਦ ਹੈ ਦੱਸਿਆ। ਅਤੇ ਅੱਜ ਮੈਨੂੰ ਤੁਹਾਡੇ ਥਰੂ ਪਤਾ ਲੱਗਿਆ ਹੈਗਾ ਕਿ ਪੂਰੇ ਪੰਜਾਬ ਦੇ ਵਿੱਚ ਜਿੰਨੇ DC ਆਫਿਸ ਨੇ ਉੱਥੇ ਆੜ੍ਹਤੀ ਐਸੋਸੀਏਸ਼ਨ ਵੱਲੋਂ ਮੈਮੋਰੈਂਡਮ ਦਿੱਤੇ ਜਾ ਰਹੇ ਨੇ। ਤੁਸੀਂ ਕਿਸ ਗੱਲ ਨੂੰ ਲੈ ਕੇ ਗੁੱਸੇ 'ਚੋਂ, ਉਹ ਵੀ ਮੈਂ ਵਿਸਤਾਰ ਨਾਲ ਜਾਣਨਾ ਚਾਹੁੰਦਾ। ਦੇਖੋ, ਆੜ੍ਹਤੀ ਐਸੋਸੀਏਸ਼ਨ ਨਾਲ ਵੀ ਸਰ ਭਗਵੰਤ ਸਿੰਘ ਮਾਨ ਸਾਹਿਬ ਨੇ ਚੋਣਾਂ ਦੇ ਵਿੱਚ ਵਾਅਦਾ ਕੀਤਾ ਸੀ ਕਿ ਕੇਂਦਰ ਸਰਕਾਰ ਜਿਹੜੀ ਹੈ ਜੋ ਆੜ੍ਹਤੀਆਂ ਨੂੰ ਦਲਾਲ ਕਹਿੰਦੀ ਹੈ, ਆੜ੍ਹਤੀ ਜਿਹੜੇ ਨੇ ਇਹਨਾਂ ਦਾ ਕਿਸਾਨਾਂ ਨਾਲ 9 ਮਾਸ ਦਾ ਰਿਸ਼ਤਾ ਹੈ ਔਰ ਇਹ ਦਿਨ ਰਾਤ ਦੇ ਕਿਸਾਨਾਂ ਦੇ ATM ਨੇ। ਔਰ ਇਸ ਕਰਕੇ ਸਾਡੀ ਸਰਕਾਰ ਬਣੀ ਤਾਂ ਅਸੀਂ ਆੜ੍ਹਤੀ ਕਿਸਾਨ ਰਿਸ਼ਤਾ ਨਾ ਕੇਵਲ ਕਾਇਮ ਰੱਖਾਂਗੇ ਬਲਕਿ ਇਹਨਾਂ ਨੂੰ ਕੋਈ ਵੀ ਤਕਲੀਫ ਜਿਹੜੀ ਆ ਨਹੀਂ ਆਉਣ ਦੇਵਾਂਗੇ। ਔਰ ਜਿਵੇਂ ਪਿਛਲੀ ਸਰਕਾਰ ਕਾਂਗਰਸ ਸਰਕਾਰ ਜਿਹੜੀ ਆ ਕੇਂਦਰ ਸਰਕਾਰ ਦੇ ਅੱਗੇ ਗੋਡੇ ਟੇਕਦੀ ਰਹੀ, ਅਸੀਂ ਡਟ ਕੇ
ਆੜ੍ਹਤੀਆਂ ਔਰ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਇਹਨਾਂ ਤੇ ਪਹਿਰਾ ਦੇਵਾਂਗੇ। ਲੇਕਿਨ ਇਹਦੇ 'ਚ ਵੀ ਸਾਨੂੰ ਬਹੁਤ ਵੱਡੀ ਨਿਰਾਸ਼ਾ ਹੋਈ ਕਿ ਪਹਿਲੀ ਹੀ ਪਰਚੇਜ ਜਿਹੜੀ ਆਈ ਕਣਕ ਦੀ, ਉਹਦੇ 'ਚ ਇੰਨਾ ਸਾਡਾ ਮਤਲਬ ਜਿਹੜਾ ਇਹਨਾਂ ਨੇ ਠੇਕੇਦਾਰਾਂ ਨੇ 3 ਮਹੀਨਿਆਂ ਤੱਕ ਮਾਲ ਜਿਹੜਾ ਮੰਡੀਆਂ 'ਚ ਪਿਆ ਰਿਹਾ। ਚਲੋ ਅਸੀਂ ਖੁਰਾਕ ਮੰਤਰੀ ਸਾਹਿਬ ਨੂੰ ਮਿਲੇ, ਉਹਨਾਂ ਨੇ ਕਿਹਾ ਕਿ ਟੈਂਡਰ ਜਿਹੜੇ ਨੇ ਇਹ ਪਿਛਲੇ ਫੂਡ ਮਿਨਿਸਟਰ ਸਾਹਿਬ ਕਰ ਗਏ ਤੇ ਉਹ ਜਿਹੜੇ ਠੇਕੇਦਾਰ ਨੇ ਉਹਨਾਂ ਕੋਲ ਸਾਧਨ ਨਹੀਂ ਔਰ ਕਰ ਰਹੇ ਨੇ, ਅੱਗੇ ਨੂੰ ਤੁਹਾਨੂੰ ਇਹ ਤਕਲੀਫ ਨਹੀਂ ਆਊਗੀ। ਮੈਂ ਕਿਹਾ ਜੀ ਕੋਈ ਗੱਲ ਨਹੀਂ, ਅਸੀਂ ਕੋਈ ਪ੍ਰੋਟੈਸਟ ਨਹੀਂ ਕੀਤਾ। ਹੁਣ ਮੂੰਗੀ ਦੀ ਵਾਰੀ ਆਈ ਤਾਂ ਮੂੰਗੀ ਦੀ ਖਰੀਦ ਦੇ ਉੱਤੇ ਜਿਹੜਾ ਹੈਗਾ ਆ ਕੇ ਇਹਨਾਂ ਨੇ ਫੈਸਲਾ ਕਰ ਲਿਆਂਦਾ ਕੇਂਦਰ ਦੇ ਦਬਾਅ ਥੱਲੇ ਕਿ ਮੂੰਗੀ ਜਿਹੜੀ ਹੈ ਕੋਆਪਰੇਟਿਵ ਸੁਸਾਇਟੀਆਂ ਰਾਹੀਂ ਖਰੀਦ ਹੋਏਗੀ। ਇਹਦੇ 'ਚ ਕੋਈ ਵੀ ਆੜ੍ਹਤੀ ਜਿਹੜਾ ਹੈ ਸਰਕਾਰੀ ਖਰੀਦ ਦੇ ਵਿੱਚ ਪਾਰਟਿਸਿਪੇਟ ਨਹੀਂ ਕਰੂਗਾ। ਮੈਂ ਅੱਜ ਪੁੱਛਣਾ ਚਾਹੁੰਦਾ ਮੁੱਖ ਮੰਤਰੀ ਸਾਹਿਬ ਨੂੰ ਵੀ ਕਦੇ ਜਿਨ੍ਹਾਂ ਨੇ ਕਾਨੂੰਨ ਬਣਾਏ ਹੋਣ ਕਦੇ ਉਹ ਉਸੇ ਕਾਨੂੰਨ ਦੀ ਖਿਲਾਫਤ ਕਰਨ ਤਾਂ ਦੱਸੋ। ਉਹ ਜਿੱਥੇ ਰਾਜਾ ਹੀ ਕਾਨੂੰਨ ਦੀ ਖਿਲਾਫਤ ਕਰਨ ਲੱਗ ਗਿਆ ਉੱਥੇ ਪ੍ਰਜਾ ਦਾ ਜਿਹੜਾ ਕੌਣ ਵਾਲੀ ਵਾਰਸ ਬਣੂਗਾ। APMC ਕਾਨੂੰਨ ਇਹ ਗੱਲ ਕਹਿੰਦਾ ਕਿ ਪੰਜਾਬ ਦੀਆਂ ਮੰਡੀਆਂ 'ਚ ਜਿੰਨੇ ਆੜ੍ਹਤੀ ਨੇ ਲਾਇਸੈਂਸ ਲਿਆ ਹੋਇਆ ਹੈ ਕਿਸਾਨ ਉਹਦੀ ਦੁਕਾਨ ਤੇ ਆ ਕੇ ਮਾਲ ਵੇਚ ਸਕਦਾ ਜਿੱਥੇ ਵੀ ਉਹਦੀ ਖੁਸ਼ੀ ਹੈ। ਦੂਜੇ ਨੰਬਰ ਤੇ ਇਹ ਗੱਲ ਉਹਨਾਂ ਨੇ ਕਹੀ ਹੈ ਕਿ ਉਹਦੇ ਤੇ ਜੋ ਸ਼ਡਿਊਲ ਮੁਤਾਬਕ ਮਾਰਕੀਟ ਫੀਸ ਹੈ ਉਹ ਦਿੱਤੀ ਜਾਊਗੀ, ਜੋ ਉਹਦੇ ਉੱਤੇ ਆੜ੍ਹਤ ਬਣਦੀ ਹੈ ਸ਼ਡਿਊਲ ਮੁਤਾਬਕ 2.5% ਉਹ ਦਿੱਤੀ ਜਾਏਗੀ। ਲੇਕਿਨ ਇਸ ਬਣੇ ਹੋਏ ਕਾਨੂੰਨ ਦੇ ਬਾਵਜੂਦ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੇ ਦਬਾਅ ਥੱਲੇ ਆ ਕੇ ਆੜ੍ਹਤੀਆਂ ਨੂੰ ਇਹਦੇ ਤੋਂ ਬਾਹਰ ਕਰਤਾ। ਆਪਣੀ ਮਾਰਕੀਟ ਫੀਸ ਜਿਹੜੀ ਉਹ ਤੋਂ ਬਣਦੀ ਸੀ ਉਹ ਵੀ ਛੱਡੀ, ਜੋ ਪੇਂਡੂ ਵਿਕਾਸ ਫੰਡ ਸੀ ਉਹ ਵੀ ਛੱਡਿਆ। ਔਰ ਮੈਂ ਸਮਝਦਾ ਪੰਜਾਬ ਦੇ ਵਿੱਚ ਨਾ ਕੋਲੇ ਦੀਆਂ ਖਾਣਾਂ ਨੇ, ਨਾ ਇੱਥੇ ਸੋਨੇ ਦੀਆਂ ਖਾਣਾਂ ਨੇ, ਨਾ ਤੇਲ ਨਿਕਲਦਾ ਹੈ। ਇੱਥੇ ਤਾਂ ਆ ਉਪਜ ਹੁੰਦੀ ਹੈ। ਜੇ ਸਾਨੂੰ ਉਪਜ ਦੇ ਉੱਤੇ ਵੀ ਸਾਨੂੰ ਮਾਰਕੀਟ ਫੀਸ ਨਹੀਂ ਮਿਲੂਗੀ, ਪੇਂਡੂ ਜਿਹੜਾ ਵਿਕਾਸ ਫੰਡ ਨਹੀਂ ਮਿਲੂਗਾ ਤਾਂ ਕਿਵੇਂ ਪਿੰਡਾਂ ਦਾ ਵਿਕਾਸ ਹੋਊਗਾ, ਸਾਡੀਆਂ ਮੰਡੀਆਂ ਦੀ ਮੁਰੰਮਤ ਕਿਵੇਂ ਹੋਊਗੀ। ਜਿਹੜੀ ਇਹ ਗੱਲ ਮੁੱਖ ਮੰਤਰੀ ਸਾਹਿਬ ਮੰਨ ਕੇ ਆਏ ਨੇ ਇਹ ਤਾਂ ਪੈਂਦੀ ਸੱਟੇ ਜਿਹੜੀ ਰਵਾਇਤ ਹੀ ਬਹੁਤ ਮਾੜੀ ਪਾ ਲਈ। ਜੇ ਅੱਜ ਇੱਥੇ ਪੰਜਾਬ ਸਰਕਾਰ ਝੁਕ ਗਈ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪਾਣੀਆਂ ਦੇ ਮੁੱਦੇ ਦੂਜਿਆਂ ਮੁੱਦਿਆਂ ਦੇ ਉੱਤੇ ਸਾਨੂੰ ਨਹੀਂ ਲੱਗਦਾ ਕਿ ਕੋਈ ਸਟੈਂਡ ਜਿਹੜਾ ਹੈ ਉਹ ਲਿਆ ਜਾਊਗਾ ਤੇ ਪੰਜਾਬ ਦੇ ਕਿਸਾਨਾਂ ਜਾਂ ਆੜ੍ਹਤੀਆਂ ਦੇ ਹਿੱਤਾਂ ਦੀ ਜਿਹੜੀ ਹੈ ਉਹ ਕੋਈ ਜਿਹੜੀ ਹੈ ਉਹ ਦੇਖਭਾਲ ਕੀਤੀ ਜਾਊਗੀ। ਹਾਂਜੀ, ਮਤਲਬ ਜਿਸ ਤਰ੍ਹਾਂ ਹੁਣ ਤੁਹਾਨੂੰ ਬਾਹਰ ਕਰ ਦਿੱਤਾ ਗਿਆ ਮੂੰਗੀ ਦੀ ਫਸਲ ਤੋਂ, ਤੁਹਾਨੂੰ ਲੱਗਦਾ ਸੀ ਵੀ ਜੋ ਸੋਨੇ ਪੈਸੇ ਨੇ ਫਾਰਮਰ ਅੱਗੇ ਦਿੱਤੇ ਹੋਏ ਨੇ ਉਹ ਰਿਕਵਰ ਹੋਣਗੇ, ਉਹਦਾ ਕਿਸ ਤਰ੍ਹਾਂ ਦੇ ਹਾਲਾਤ ਹੋਣਗੇ? ਹੁਣ ਵੇਖੋ ਜੀ, ਇਹ ਤੇ ਆੜ੍ਹਤੀ ਤੇ ਕਿਸਾਨ ਦੇ ਨਾਲ ਨਹੁੰ ਮਾਸ ਦਾ ਜਿਹੜਾ ਰਿਸ਼ਤਾ ਹੈ ਉਹ ਤੋੜਨ ਵਾਲਾ ਕੰਮ ਕਰ ਰਹੇ ਆ। ਜੇ ਫਾਰਮਰ ਸਾਡੇ ਕੋਲ ਕੁਝ ਪੈਸੇ ਲੈ ਕੇ ਜਾਂਦਾ ਇਹ ਦਵਾਈ ਵਾਸਤੇ ਜਾਂ ਕਿਸੇ ਪੈਪ ਵਾਸਤੇ ਕਿਸੇ ਕੰਮ ਵਾਸਤੇ, ਜਦੋਂ ਫਾਰਮਰ ਸਾਡੇ ਕੋਲ ਆਏਗਾ ਨਹੀਂ ਫਸਲ ਲੈ ਕੇ ਸੁਸਾਇਟੀ ਕੋਲ ਚੱਲ ਜਾਏਗਾ, ਪਰ ਗਾਂ ਆਉਣ ਵਾਲੇ ਸਮੇਂ 'ਚ ਫਾਰਮਰ ਕੀ ਕਰੂਗਾ? ਉਹਨੂੰ ਆੜ੍ਹਤੀ ਫਿਰ ਪਿੱਛੇ ਹੋ ਜਾਊਗਾ। ਸਰਕਾਰ ਇਹ ਬਹੁਤ ਮਾੜਾ ਕੰਮ ਕਰਨ ਡਈ ਆ। ਸਾਰੇ ਆੜ੍ਹਤੀਆਂ ਨੂੰ ਇੱਕ ਬਰਾਬਰ ਜਿੱਦਾਂ ਪਹਿਲਾਂ ਕੰਮ ਚੱਲਦਾ ਸੀ ਉੱਦਾਂ ਕਰਨਾ ਚਾਹੀਦਾ। ਇਹ ਬਹੁਤ ਧੱਕਾ ਕਰ ਰਹੀ ਸਰਕਾਰ ਆੜ੍ਹਤੀਆਂ ਦੇ ਨਾਲ। ਅੱਜ ਤੁਸੀਂ DC ਦਫ਼ਤਰ 'ਚ ਜਿਸ ਤਰ੍ਹਾਂ ਦਾ ਮੈਮੋਰੈਂਡਮ ਦਿੱਤਾ ਉਸ ਤਰ੍ਹਾਂ ਕਿਸ ਸਰਕਾਰ ਨੂੰ ਕੀ ਅਪੀਲ ਕੀਤੀ ਹੈਗੀ ਹੈ? ਇਵੇਂ ਦੇਖੋ, ਜਿਹੜਾ ਇਹ ਆਇਆ ਹੈ ਨਾ ਸਟੇਟ ਔਰ ਸੈਂਟਰ ਦਾ, ਉਹਦੇ 'ਚ ਆੜ੍ਹਤੀ, ਮੁਨੀਮ, ਮਜ਼ਦੂਰ, ਜ਼ਿਮੀਂਦਾਰ, ਖਰੀਦਾਰ, ਅਫਸਰ, ਟਰਾਂਸਪੋਰਟਰ ਸਭ ਨੂੰ ਪ੍ਰੋਬਲਮ ਆਈ ਹੈ। ਆਪਾਂ ਦੇਖੀਏ ਜੇ ਕਿਸਾਨ ਦੇ ਪੱਖ ਜਿਹੜਾ ਠੇਕੇ 'ਤੇ ਜ਼ਮੀਨ ਲੈਂਦਾ ਸੀਗਾ ਉਹ ਵਿਚਾਰਾ ਠੇਕੇ 'ਤੇ ਕਿਵੇਂ ਲਊਗਾ? ਠੀਕ ਹੈ ਨਾ, ਉਹਨੂੰ ਆੜ੍ਹਤੀ ਐਡਵਾਂਸ ਕਰਦਾ ਸੀ, ਆੜ੍ਹਤੀ ਫੰਡ ਪੰਪ ਕਰਦਾ ਸੀਗਾ, ਠੇਕੇ 'ਤੇ ਜ਼ਮੀਨ ਲੈ ਕੇ ਆਪਣੇ ਬੱਚੇ ਪਾਲਦਾ ਸੀਗਾ, ਲੇਬਰ ਨੂੰ ਕੰਮ ਮਿਲਦਾ ਸੀਗਾ, NRI ਬਾਹਰ ਬੈਠਿਆਂ ਨੂੰ ਠੇਕਾ ਦਿੰਦਾ ਸੀਗਾ। ਹੁਣ ਕਿੱਥੇ ਜਾਏਗਾ ਦੱਸੋ? 60% ਖੇਤੀ ਇਹੀ ਸੀਗੀ ਪੰਜਾਬ ਵਿੱਚ, ਉਹ ਹੁਣ ਬਾਹਰ ਹੋ ਗਏ। ਆੜ੍ਹਤੀਆਂ ਨੂੰ ਫੰਡਿੰਗ ਕਿਵੇਂ ਕਰਨਗੇ? ਜਦੋਂ ਡਾਇਰੈਕਟ ਪੇਮੈਂਟ ਉਹਨੂੰ ਹੋਊਗੀ ਤਾਂ ਫਿਰ ਉਹਨਾਂ ਦਾ ਰੁਜ਼ਗਾਰ ਕਿਵੇਂ ਚੱਲੂਗਾ? ਹੁਣ ਛੋਟੇ ਕਿਸਾਨਾਂ ਦਾ ਇੱਕ ਪ੍ਰੋਬਲਮ ਸਾਡੀ ਵੱਡੀ ਇਹ ਆਈ ਹੈ। ਜਿਹੜੀ ਲੇਬਰ ਸੀਗੀ ਉਹ ਮੰਨ ਲਓ ਸੁਸਾਇਟੀ ਚਲੇ ਗਏ, ਸਾਡੇ ਕੋਲ ਕੋਈ ਨਾ ਪਾਵਰ ਕਲੀਨਰ ਹੈ ਨਾ ਲੇਬਰ ਹੈ, ਉਹਨਾਂ ਕੋਲ ਕੁਝ ਵੀ ਨਹੀਂ ਹੈਗਾ, ਇਨਫਰਾਸਟ੍ਰਕਚਰ ਹੈ ਨਹੀਂ। ਕਿਸਾਨ ਕਿਵੇਂ ਜਾ ਕੇ ਉੱਥੇ ਸਫਾਈ ਕਰਾਊਗਾ? ਜਿਵੇਂ ਪ੍ਰਧਾਨ ਜੀ ਨੇ ਦੱਸਿਆ, ਹੁਣ ਜਾਲੀ ਲਾਤੀ, ਤੁਸੀਂ 20% ਫਸਲ ਕੱਢ ਲਈ, ਉੱਪਰਲਾ ਮਾਲ 80% ਮਾਲ ਸੀ ਛੱਡਤਾ। ਕਿਸਾਨ ਨੂੰ MSP ਦੀ ਦਿਖਾਤਾ ਵੀ ਅਸੀਂ MSP ਦੇ ਇੰਨਾ ਮਾਲ ਖਰੀਦ ਲਿਆ। 80% ਮਾਲ ਤਾਂ ਵਿਕਿਆ 4500, 5500, 6000, MSP ਹੈਗਾ 7275 ਤੇ ਕਿਸਾਨ ਦੇ ਪੱਲੇ ਤਾਂ ਕੋਈ ਗੱਲ ਪਈ ਨਾ। ਜੇ ਉਹੀ % ਮਾਲ ਲੈ ਕੇ ਉਹੀ ਅਸੀਂ 6500 ਵੇਚ ਦੇਣਾ ਸੀਗਾ, ਕਿਉਂਕਿ ਜਿਹੜਾ ਆੜ੍ਹਤੀ ਹੈ ਉਹ ਕਿਸਾਨ ਦੀ ਉਪਜ ਦਾ ਸਹੀ ਮੁੱਲ ਸ਼ੁਰੂ ਤੋਂ ਪਵਾਉਂਦਾ ਆ ਰਿਹਾ। ਇਹ 100, 200, 300 ਸਾਲ ਦੀ ਪ੍ਰੈਕਟਿਸ ਹੈ। ਉਸ ਨੂੰ ਪਤਾ ਹੈ ਵੀ ਇਹ ਮਾਲ ਕੈਸਾ ਮਾਲ ਕਿਹੜਾ ਖਰੀਦਾਰ ਲੈ ਸਕਦਾ ਹੈ। ਜਿਹੜੀਆਂ ਫਲੋਰ ਮਿੱਲਾਂ, ਦਾਲ ਮਿੱਲਾਂ, ਆਇਲ ਮਿੱਲਾਂ, ਰਾਈਸ ਮਿੱਲਾਂ, ਫੀਡ ਮਿੱਲਾਂ ਸਭ ਆੜ੍ਹਤੀਆਂ ਤੋਂ ਸ਼ੁਰੂ ਹੁੰਦੀਆਂ। ਚਾਹੇ ਉਹ ਫੰਡ ਪੰਪਿੰਗ ਐਕਸਪੋਰਟਰਾਂ ਦੀ ਵੀ ਹੈ ਨਾ, ਜੇ ਚਾਵਲ ਵੀ ਬਾਹਰ ਜਾ ਰਿਹਾ ਉਹਦੇ ਵੀ ਆੜ੍ਹਤੀਆਂ ਦਾ ਰੋਲ ਰਹਿੰਦਾ। ਕਿਉਂਕਿ ਜਦ ਤੱਕ ਫੰਡ ਪੰਪ ਨਹੀਂ ਹੋਏਗਾ ਪ੍ਰਾਈਵੇਟ ਤੌਰ 'ਤੇ, ਬੈਂਕਾਂ ਕੋਲ ਇੰਨਾ ਫੰਡ ਨਹੀਂ, ਸਰਕਾਰ ਕੋਲ ਵੀ ਨਹੀਂ ਹੈਗਾ। ਫੰਡ ਪੰਪਿੰਗ ਸਿਰਫ ਇਸ ਮੀਡੀਏਟਰ ਦੇ ਥਰੂ ਚੱਲਦੀ ਹੈ। ਜਿਹੜਾ ਇਹ 2.5% ਵਾਲੀ ਗੱਲ ਸਾਡੇ ਪ੍ਰਧਾਨ ਜੀ ਨੂੰ ਦੱਸੀ, APMC ਐਕਟ ਅੱਜ ਦਾ ਨਹੀਂ ਬਣਿਆ ਹੋਇਆ, 1961 ਦਾ ਬਣਿਆ ਹੋਇਆ।
ਹੁਣ ਗਵਰਨਮੈਂਟ ਉਹਦੇ ਅਗੇਂਸਟ ਜਾ ਰਹੀ ਹੈ, ਸਰਕਾਰ ਆਪਣਾ ਹੀ ਬਣਾਇਆ ਕਾਨੂੰਨ ਦਾ ਆਪ ਨਹੀਂ ਪਾਲਣ ਕਰਦੀ ਤਾਂ ਕਿੱਥੇ ਪਬਲਿਕ ਸਰਵਾਈਵ ਕਰ ਪਾਏਗੀ। ਇਹਦਾ ਸਾਰਾ ਵਜ਼ਨ ਕੰਜ਼ਿਊਮਰ 'ਤੇ ਜਾ ਕੇ ਪੈਣਾ। ਹੁਣ ਸਰਕਾਰ ਇਹ 72 ਖਰੀਦੇਗੀ, ਫਿਰ ਇਹਨੂੰ 6000 ਵੇਚੇਗੀ। ਨੈਸ਼ਨਲ ਲਾਸ, ਸਟੇਟ ਲਾਸ, ਪਹਿਲਾਂ ਹੀ ਰੈਵਨਿਊ ਨਹੀਂ ਹੈਗਾ ਸਰਕਾਰਾਂ ਕੋਲੋਂ। ਦੇਖੋ ਤੁਸੀਂ ਦੇਣਾ ਸਬਸਿਡੀ ਦੇ ਦਿਓ, ਉਹਦੇ ਅਸੀਂ ਕਿਸਾਨ ਦਾ ਮਾਲ ਵੇਚ ਦਿਆਂਗੇ, 4500 ਵਿਕੇ, 5500 ਵਿਕੇ, 6000 ਵਿਕੇ, 6500 ਵਿਕੇ, 7000 ਵਿਕੇ, ਤੁਸੀਂ 72 ਰੁਪਏ ਪੂਰੇ ਕਰਕੇ ਦੇ ਦਿਓ ਕਿਸਾਨ ਨੂੰ, ਅਗਰ ਤੁਸੀਂ ਸਪੋਰਟ ਪ੍ਰਾਈਸ ਦੇ ਪੈਸੇ ਦੇਣਾ ਚਾਹੁੰਦੇ ਹੋ। ਲੇਕਿਨ ਕਿਸਾਨ ਦੀ ਜੈਸੀ ਉਪਜ ਹੈ ਉਹਨੂੰ ਵੈਸਾ ਮੁੱਲ ਮਿਲਣਾ ਚਾਹੀਦਾ। ਅੱਛੀ ਉਪਜ ਹੈ, ਅੱਛਾ ਮੁੱਲ ਮਿਲੇ, ਕੋਈ ਕੁਆਲਿਟੀ ਹਲਕੀ ਰਹੇਗੀ, ਕੋਈ ਮੀਡੀਅਮ ਰਹੇਗੀ, ਜਿਹੜਾ ਭਾਅ ਮਿਲਦਾ ਸਪੋਰਟ ਪ੍ਰਾਈਸ ਦੇ ਪੈਸੇ ਵਿੱਚ ਪਾਓ, ਬਾਕੀ ਦੇ ਦਿਓ। ਹੁਣ ਪ੍ਰਧਾਨ ਮੰਤਰੀ ਜਿਹੜੀ ਕਿਸਾਨ ਯੋਜਨਾ ਉਹ 2000 ਪਰ ਏਕੜ ਦੇ ਹੀ ਰਹੇ ਆ। ਉਹ ਜਿੰਨਾ MSP ਦਾ ਰੇਟ ਘੱਟ ਵਿਕਿਆ, ਮਾਰਕੀਟ ਕਮੇਟੀ ਦੇ ਰਿਕਾਰਡ 'ਤੇ ਹੈ। 1 ਨੰਬਰ 'ਚ ਕੰਮ ਹੁੰਦਾ, ਕੋਈ 2 ਨੰਬਰ ਵਾਲੀ ਗੱਲ ਰਹੀ ਨਹੀਂ, ਕਿਉਂਕਿ ਇਹਦੇ GST ਹੈ ਨਹੀਂ, 2 ਨੰਬਰ ਦਾ ਸਵਾਲ ਨਹੀਂ ਪਤਾ ਹੁੰਦਾ। ਹੁਣ ਸੈਂਟਰ ਗਵਰਨਮੈਂਟ ਨੇ ਜਿਵੇਂ ਇਹਨਾਂ ਕੋਲ ਪ੍ਰਧਾਨ ਜੀ ਨੇ ਵੀ ਦੱਸਿਆ ਵੀ ਪੇਂਡੂ ਵਿਕਾਸ ਫੰਡ ਖੋਲ੍ਹਿਆ। ਦੇਖੋ ਹੁਣ ਜਿਸ ਪਿੰਡ ਦੀ ਸੜਕ ਹੈ ਕਿਵੇਂ ਬਣੂਗੀ, ਫੰਡ ਕਿੱਥੋਂ ਆਊਗਾ? ਸ਼ਹਿਰ ਦੀ ਮੰਡੀ ਹੈ, ਮੰਡੀ 'ਚ ਲਾਈਟਾਂ, ਸੀਵਰੇਜ, ਸਫਾਈ, ਸੜਕਾਂ ਕਿਵੇਂ ਬਣਨਗੀਆਂ? ਫੜ ਕਿਵੇਂ ਬਣਨਗੇ? ਉਸੇ ਫੰਡ ਤੋਂ ਹੀ ਪੈਸਾ ਆਣਾ ਨਾ। ਜੇ ਸਾਡਾ ਬੇਸਿਕ ਹੀ ਖਰਾਬ ਹੋ ਗਿਆ, ਅਸੀਂ ਕਿਵੇਂ ਸਰਵਾਈਵ ਕਰ ਪਾਵਾਂਗੇ? ਬੜੇ ਸੋਚਣ ਵਾਲਾ ਵਿਸ਼ਾ ਹੈ। ਅੱਛਾ, ਇਹਦੇ ਨਾਲ ਕਿਸਾਨਾਂ ਨੂੰ ਦੇਖੀ ਹੁਣ ਧੀਰੇ ਧੀਰੇ ਕਿਸਾਨ ਤੇ ਜ਼ਿਮੀਂਦਾਰ ਦਾ ਰਿਸ਼ਤਾ, ਕਿਸਾਨ ਤੇ ਆੜ੍ਹਤ ਦਾ ਰਿਸ਼ਤਾ ਕਮਜ਼ੋਰ ਬਣਦਾ ਜਾਏਗਾ। ਕਿਉਂਕਿ ਦੇਖੋ ਯੂਥ ਆ ਗਿਆ, ਹੁਣ ਯੂਥ ਇੱਕ ਚੀਜ਼ ਨੂੰ ਸਮਝਦਾ, ਸਭ ਕੁਝ ਡਿਜੀਟਲ ਹੋ ਗਿਆ। ਹੁਣ ਤੁਸੀਂ ਆਨਲਾਈਨ ਦੇਖ ਸਕਦੇ ਹੋ ਕਿਸਾਨ ਨੇ ਉਪਜ ਕਿਸ ਰੇਟ ਕਿਸ ਨੂੰ ਵੇਚੀ ਹੈ, ਉਹਨੂੰ ਪੇਮੈਂਟ ਕਦੋਂ ਹੋਈ ਹੈ। ਹੁਣ ਡਿਜੀਟਲ ਹੋ ਗਿਆ, ਕੋਈ ਕੈਸ਼ ਵਾਲਾ ਕੰਮ ਖਤਮ ਹੋ ਗਿਆ, ਬੈਂਕਿੰਗ ਖਤਮ ਹੋ ਗਈ, ਆਨਲਾਈਨ ਸਾਰੀ ਟ੍ਰਾਂਜੈਕਸ਼ਨ ਹੋ ਗਈ। ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਦੀ ਸਹੂਲਤ ਨੂੰ ਦੇਖਦੇ ਹੋਏ ਸਭ ਤੋਂ ਪਹਿਲਾਂ ਕਿਸਾਨ ਨੂੰ ਦੇਖੇ ਕਿ ਇਹ ਧੁਰਾ ਇਕਨੋਮੀ ਦਾ। ਕਿਸੇ ਵੀ ਸ਼ਹਿਰ ਦੀ ਅਨਾਜ ਮੰਡੀ ਕਰੀਮ ਆਫ ਦੀ ਸਿਟੀ ਹੈ, ਇਕਨੋਮੀ ਦਾ ਫਲੋ ਉੱਥੋਂ ਹੀ ਚੱਲਦਾ। ਕੱਪੜਾ, ਕਰਿਆਨਾ, ਮੰਡਿਆਰੀ, ਬੂਟ, ਚੱਪਲ, ਰੇੜੀ, ਸਬਜ਼ੀ, ਜੋ ਵੀ ਚੀਜ਼ਾਂ ਨੇ ਉੱਥੋਂ ਚੱਲਦਾ ਫਲੋ। ਉੱਥੋਂ ਹੀ ਫਲੋ ਰੁਕ ਜਾਏਗਾ। ਜੇ ਬੇਸ ਹੀ ਫਲੋ ਰੁਕ ਜਾਏਗਾ, ਅੱਗੇ ਪਾਣੀ ਕਿਵੇਂ ਵਗੇਗਾ? ਬਿਲਕੁਲ ਚੀਮਾ ਜੀ, ਜਿਸ ਤਰ੍ਹਾਂ ਕਿਸਾਨਾਂ ਵੱਲੋਂ ਜਦੋਂ ਪ੍ਰਦਰਸ਼ਨ ਕੀਤਾ ਗਿਆ ਤਾਂ ਉਹਨਾਂ ਦਾ ਕਹਿਣਾ ਸੀ ਕਿ ਫਸਲ ਹੈ ਜਿਹੜੀ ਉਹਨਾਂ ਦੀ ਖਰਾਬ ਹੋ ਰਹੀ ਹੈ, ਮੂੰਗੀ ਦੀ ਫਸਲ ਬਹੁਤ ਜਲਦੀ ਖਰਾਬ ਹੁੰਦੀ ਹੈ, ਅਤੇ ਉਹ ਹੁਣ ਜਿਸ ਤਰ੍ਹਾਂ ਵਿਕੀ ਨਹੀਂ ਹੈਗੀ, ਫਸਲ ਦਾ ਖਰਾਬ ਹੋਣ ਦਾ ਵੀ ਕੋਈ ਅੰਦੇਸ਼ਾ ਹੈਗਾ? ਦੇਖੋ ਜਿਹੜੇ ਆ 15 ਦਿਨ ਲੰਘੇ ਨੇ, ਇਹਦੇ 'ਚ ਮੌਸਮ ਖੁਸ਼ਕ ਸੀਗਾ। ਮੱਕੀ ਔਰ ਮੂੰਗੀ ਜਿਹੜੀ ਹੈ ਖੁਸ਼ਕ ਫਸਲ ਦੇ ਵਿੱਚ ਹੀ ਹਾਰਵੈਸਟ ਹੁੰਦੀ ਹੈ, ਇੱਥੇ ਵਿਕਦੀ ਹੈ। ਹੁਣ ਮੌਸਮ ਜਿਹੜਾ ਅੱਜ ਵੀ ਹਨੇਰੀ ਆ ਰਹੀ, ਮੀਂਹ ਆਉਣਾ ਸ਼ੁਰੂ ਹੋ ਗਿਆ, ਕੱਲ੍ਹ ਤੋਂ ਤਾਂ ਕਹਿੰਦੇ ਕਾਫੀ ਬਾਰਿਸ਼ ਹੈ। ਤਾਂ ਇਸ ਮੌਸਮ ਦੇ ਵਿੱਚ ਜਦੋਂ ਬਰਸਾਤਾਂ ਸ਼ੁਰੂ ਹੋ ਜਾਂਦੀਆਂ, ਪੱਕੀਆਂ ਪਕਾਈਆਂ ਫਸਲਾਂ ਜਿਹੜੀਆਂ ਨੇ ਕਿਸਾਨਾਂ ਦੀਆਂ, ਉਹ ਮੰਡੀਆਂ 'ਚ ਰੁਲਦੀਆਂ ਨੇ। ਅਤੇ ਇਹ ਜਿਹੜਾ ਮਤਲਬ ਸਰਕਾਰ ਅਜੇ ਵੀ ਮਤਲਬ ਇਹਦੇ 'ਚ ਕੁਤਾਹੀ ਕਰ ਰਹੀ ਹੈ। ਮੈਂ ਸਮਝਦਾ ਇਹ ਨਾਗ ਪੂਰਾ ਹੋਣ ਵਾਲਾ ਘਾਟਾ ਜਿਹੜਾ ਉਹ ਕਿਸਾਨਾਂ ਨੂੰ ਪਏਗਾ। ਸਰਕਾਰ ਨੂੰ ਇਮੀਡੀਏਟਲੀ ਇਹਦੇ ਉੱਤੇ ਜਿਹੜਾ ਹੈਗਾ ਉਹ ਕਿਸਾਨਾਂ ਨੂੰ ਔਰ ਆੜ੍ਹਤੀਆਂ ਨੂੰ ਬਿਠਾ ਕੇ ਵਿਚਾਰ ਕਰਨਾ ਚਾਹੀਦਾ। ਔਰ ਅਸੀਂ ਕੇਂਦਰ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ। ਅੱਜ ਜ਼ਿਲ੍ਹਾ ਸੰਗਰੂਰ ਦੇ ਵਿੱਚ ਇੱਕ ਜ਼ਿਮਨੀ ਚੋਣ ਹੈ, ਇੱਥੇ ਸਾਰੇ ਨੇਤਾ ਸਾਹਿਬਾਨ ਆਏ ਨੇ। ਅਸੀਂ ਵੱਖ-ਵੱਖ ਮੈਮੋਰੈਂਡਮ ਵੀ ਜਿਹੜੇ ਆ ਉਹਨਾਂ ਨੇਤਾਵਾਂ ਨੂੰ ਦੇ ਰਹੇ ਹਾਂ ਕਿ ਅਗਰ ਕੇਂਦਰ ਸਰਕਾਰ ਨੇ ਔਰ ਪੰਜਾਬ ਸਰਕਾਰ ਨੇ ਇਸ ਮੁੱਦੇ ਦੇ ਉੱਤੇ ਕੋਈ ਵੀ ਫੈਸਲਾ ਨਾ ਲਿਆ ਔਰ ਇਸੇ ਤਰੀਕੇ ਨਾਲ ਹੀ ਕਿਸਾਨਾਂ ਔਰ ਆੜ੍ਹਤੀਆਂ ਨੂੰ ਰੁਲਣ ਲਈ ਛੱਡਿਆ ਗਿਆ, ਤਾਂ ਇਹਨਾਂ ਦੋਨਾਂ ਪਾਰਟੀਆਂ ਦੇ ਖਿਲਾਫ ਜਿਹੜਾ ਹੈਗਾ 20 ਤਰੀਕ ਨੂੰ ਅਸੀਂ ਮੀਟਿੰਗ ਕਰਕੇ ਕੋਈ ਇਹਨਾਂ ਪਾਰਟੀਆਂ ਦੇ ਖਿਲਾਫ ਐਲਾਨ ਵੀ ਕਰ ਸਕਦੇ। ਬਿਲਕੁਲ। ਔਰ ਜੇਕਰ ਗੱਲ ਕੀਤੀ ਜਾਵੇ ਤੁਹਾਡੀ ਆਗਾਮੀ ਰਣਨੀਤੀ ਦੀ, ਤਾਂ ਜਿਸ ਤਰ੍ਹਾਂ ਤੁਸੀਂ ਅੱਜ ਡੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈਗਾ, ਤਾਂ ਜੇਕਰ ਤੁਹਾਡੀ ਇਸ ਅਪੀਲ ਦੀ ਦਲੀਲ ਦੀ ਜਿਹੜੀ ਹੈ ਸੁਣਵਾਈ ਨਹੀਂ ਕਰਦੀ ਸਰਕਾਰ, ਤਾਂ ਆਉਣ ਵਾਲਾ ਸਟੈਪ ਤੁਹਾਡਾ ਕੀ ਹੋ ਸਕਦਾ? ਦੇਖੋ, ਅਸੀਂ ਜਿੰਨਾ ਚਿਰ ਇਹ ਫੈਸਲਾ ਵਾਪਸ ਨਹੀਂ ਲੈਂਦੀ, ਪੰਜਾਬ ਦੀ ਮੰਡੀਆਂ ਦੇ ਵਿੱਚ ਆੜ੍ਹਤੀ ਔਰ ਖ਼ਾਸ ਤੌਰ ਤੇ ਜ਼ਿਲ੍ਹਾ ਸੰਗਰੂਰ ਦੇ ਵਿੱਚ ਕਿਸਾਨ ਵੀ ਜਿਹੜੇ ਆਉਣਗੇ, ਉਹ ਆਪਣੀਆਂ ਕਾਲੇ ਬਿੱਲੇ ਲਾ ਕੇ, ਕਾਲੀਆਂ ਪੱਟੀਆਂ ਜਿਹੜੀਆਂ ਨੇ ਬੰਨ੍ਹ ਕੇ, ਭਾਵੇਂ ਪੱਗ 'ਤੇ ਬੰਨ੍ਹਣ, ਭਾਵੇਂ ਕਾਲਰ 'ਤੇ ਲਾਉਣ, ਭਾਵੇਂ ਆਪਣੇ ਬਾਜ਼ੂ 'ਤੇ ਲਾਉਣ, ਅਸੀਂ ਇਹ ਆਪਣਾ ਰੋਸ ਪ੍ਰਦਰਸ਼ਨ ਜੋ ਲੋਕਤੰਤਰੀ ਤਰੀਕੇ ਨਾਲ ਹੈ ਕਰਦੇ ਰਹਾਂਗੇ ਜਿੰਨਾ ਚਿਰ ਸੁਣਵਾਈ ਨਹੀਂ ਹੁੰਦੀ। ਸਰਕਾਰ ਇਹ ਨਾ ਸਮਝੇ ਕਿ ਮਤਲਬ ਇਹ ਜਿਹੜੀ ਮੂਵਮੈਂਟ ਹੈ 1-2 ਦਿਨ ਦੀ ਹੈ, 2-4 ਦਿਨ ਦੀ ਹੈ। ਹੜਤਾਲ ਸਿਰਫ ਅਸੀਂ ਵਾਪਸ ਇਸ ਕਰਕੇ ਲਈ ਹੈ ਕਿ ਕਿਸਾਨ ਪਰੇਸ਼ਾਨ ਹੋ ਰਿਹਾ ਸੀ, ਘਰਾਂ 'ਚ ਮੂੰਗੀ ਪਈ, ਮੱਕੀ ਪਈ ਜਿਹੜੀ ਆ ਗੜਨ ਲੱਗ ਗਈ ਸੀ, ਲੇਕਿਨ ਅਸੀਂ ਹੜਤਾਲ ਵਾਪਸ ਲਈ ਹੈ, ਅਸੀਂ ਵਿਰੋਧ ਵਾਪਸ ਨਹੀਂ ਲਿਆ। ਬਿਲਕੁਲ, ਤੁਸੀਂ ਦੇਖ ਸਕਦੇ ਹੋ ਕਿ ਆੜ੍ਹਤੀ ਵਰਗ ਨੇ ਔਰ ਕਿਸਾਨਾਂ ਨੇ ਕਿਸ ਤਰ੍ਹਾਂ ਜਿਹੜਾ ਹੈਗਾ ਮੂੰਗੀ ਦੀ ਇਸ ਫਸਲ ਨੂੰ ਲੈ ਕੇ ਸਰਕਾਰਾਂ ਦੀ ਨੀਤੀਆਂ ਦੇ ਉੱਪਰ ਜੋ ਕਟਾਸ਼ ਹੈ ਉਹ ਕੀਤਾ ਹੈ ਔਰ ਆਪਣਾ ਪੱਖ ਹੈ ਜਿਹੜਾ ਸਾਫ਼ ਕੀਤਾ, ਔਰ ਉਹਦੇ ਨਾਲ ਹੀ ਆੜ੍ਹਤੀ ਵਰਗ ਨੇ ਕਿਸਾਨ ਦੀ ਸਮੱਸਿਆ ਨੂੰ ਦੇਖਦੇ ਹੋਏ ਹੜਤਾਲ ਤਾਂ ਬੇਸ਼ੱਕ ਵਾਪਸ ਲੈ ਲਈ ਹੈ, ਪਰ ਲੇਕਿਨ ਉਹਨਾਂ ਦਾ ਜਿਹੜਾ ਰੋਸ ਪ੍ਰਦਰਸ਼ਨ ਹੈ ਉਹ ਇਸੇ ਤਰ੍ਹਾਂ ਜਾਰੀ ਰਹਿਣ ਵਾਲਾ ਹੈ। ਔਰ ਜੇਕਰ ਸਰਕਾਰ ਹੈ ਜਿਹੜੀ ਇਸ ਮੁੱਦੇ ਦੇ ਉੱਤੇ ਉਹਨਾਂ ਦੀ ਸੁਣਵਾਈ ਨਹੀਂ ਕਰਦੀ, ਤਾਂ ਜਿੱਥੇ ਰਾਜ ਦਾ ਕਿਸਾਨ ਹੈ ਜਿਹੜਾ ਉਹ ਨਿਰਾਸ਼ ਹੋਵੇਗਾ ਤੇ ਉਸ ਦਾ ਰੋਸ਼ ਹੈ ਜਿਹੜਾ ਸਰਕਾਰ ਦੇ ਪ੍ਰਤੀ ਵਧੇਗਾ, ਉੱਥੇ ਹੀ ਆੜ੍ਹਤੀ ਵਰਗ ਹੈ ਜਿਹੜਾ ਉਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਪ੍ਰਦਰਸ਼ਨ ਜਿਹੜੇ ਹੈਗਾ ਸਰਕਾਰ ਦੇ ਖਿਲਾਫ ਕਰ ਸਕਦਾ ਹੈ। ਵੀਡੀਓ ਜਰਨਲਿਸਟ ਬਲਵਿੰਦਰ ਸਿੰਘ ਦੇ ਨਾਲ RN ਕਾਂਸਲ, ਫਾਸਟ ਵੇ ਨਿਊਜ਼, ਸੁਨਾਮ, ਉਦਮ ਸਿੰਘ ਵਾਲਾ।